ਸੋ ਭਲੇ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਅਸੀਂ ਕੱਲ ਵੀ ਸੁਣਿਆ ਜ਼ਬੂਰ 49 ਦੀਆਂ ਪਹਿਲੀਆਂ 2 ਆਇਤਾਂ ਦੇ ਵਿੱਚ ਕਿ ਖੁਦਾ ਪੂਰੀ ਜ਼ਮੀਨ ਉਤੇ ਆਪਣੀ ਆਵਾਜ਼ ਨੂੰ ਭੇਜਦਾ ਹੈ, ਹੋਕਾ ਲਾਉਂਦਾ ਹੈ ਤੇ ਕਹਿੰਦਾ ਹੈ ਕੰਨ ਲਾ ਕੇ ਸੁਣੋ। ਅਮੀਰ ਵੀ ਸੁਣੇ ਤੇ ਗਰੀਬ ਵੀ ਸੁਣੇ, ਆਲਾ ਵੀ ਸੁਣੇ ਤੇ ਅਦਨਾ ਵੀ ਸੁਣੇ, ਕਿਉਂਕਿ ਸਾਰੇ ਆਲਾ ਅਦਨਾ ਤੇ ਜ਼ਮੀਨ ਉੱਤੇ ਬਣੇ ਨੇ। ਖੁਦਾ ਦੀ ਨਜ਼ਰ ਵਿੱਚ ਤੇ ਸਾਰੇ ਬਰਾਬਰ ਨੇ। ਲੇਕਿਨ ਖੁਦਾ ਇੱਕ ਐਸੀ ਦੌਲਤ ਹੈ ਜਿਹੜੀ ਫਿਰ ਰਹਿਮ ਦੇ ਬਰਤਨਾਂ 'ਚ ਪਾਉਂਦਾ ਹੈ ਤੇ ਉਹ ਆਪਣੀ ਉਸ ਦੌਲਤ ਨੂੰ ਜਿਹੜੀ ਉਹ ਰਹਿਮ ਦੇ ਬਰਤਨਾਂ 'ਚ ਪਾਉਂਦਾ ਹੈ ਕੱਢ ਕੇ ਤੇ ਫਿਰ ਦੂਸਰੇ ਬਰਤਨਾਂ ਦੇ ਉੱਤੇ ਵੀ ਰਹਿਮ ਕਰਨਾ ਚਾਹੁੰਦਾ ਹੈ, ਤਾਂ ਕਿ ਜਿਹੜੇ ਉਹਨੇ ਗਜ਼ਬ ਲਈ ਬਣਾਏ ਸੀਗੇ ਉਹ ਵੀ ਬਚ ਜਾਣ। ਤੇ ਰਸੂਲ ਕਹਿੰਦਾ ਇਹ ਇਸ ਲਈ ਹੋਇਆ ਹੈ ਕਿ ਉਹ ਸਾਡੇ ਵਸੀਲੇ ਆਪਣੇ ਰਹਿਮ ਦੇ ਬਰਤਨਾਂ ਦੀ ਦੌਲਤ ਜਿਹੜੀ ਰਹਿਮ ਦੇ ਬਰਤਨਾਂ 'ਚ ਇਹਨਾਂ 'ਚੋਂ ਕੱਢੇ ਤੇ ਦੂਸਰੇ ਬਰਤਨਾਂ 'ਚ ਪਾ ਦੇਵੇ ਤਾਂ ਕਿ ਇਹ ਵੀ ਬਚ ਜਾਣ। ਤੇ ਇਸ ਦੌਲਤ ਦੇ ਬਾਰੇ ਰੋਮੀਓ 11 ਬਾਪ ਉਹਦੀ 33 ਐਚ ਵੀ ਲਿਖਿਆ, ਵਾਹ ਖੁਦਾ ਦੀ ਦੌਲਤ। ਚਾਹੇ ਇਸ ਦੌਲਤ ਨੂੰ ਅਮੀਰ ਲੈ ਲੈ, ਚਾਹੇ ਗਰੀਬ ਲੈ ਲੈ, ਚਾਹੇ ਆਲਾ ਲੈ ਲੈ ਤੇ ਚਾਹੇ ਅਦਨਾ ਲੈ ਲੈ, ਖੁਦਾਵੰਦ ਆਪਣੀ ਦੌਲਤ ਨੂੰ ਸਾਰਿਆਂ ਨੂੰ ਵੰਡਦਾ ਹੈ। ਖੁਦਾਵੰਦ ਵੀ ਆਪਣੀ ਦੌਲਤ ਨੂੰ ਸਾਰਿਆਂ ਤੱਕ ਵੰਡਦਾ ਹੈ ਤੇ ਇਸ ਕਰਕੇ ਵੰਡਦਾ ਹੈ ਕਿ ਦੂਸਰੇ ਲੋਕ ਵੀ ਇਹਨਾਂ ਦੇ ਵਸੀਲੇ ਬਚ ਜਾਣ। ਇਸੇ ਕਰਕੇ ਇਹ ਦੌਲਤ, ਇਹ ਖੁਰਾਕ ਤੁਹਾਡੇ ਮੂੰਹ ਦੇ ਵਿੱਚ ਵਾ। ਅਮਸਾਲ 10 ਬਾਪ 21 ਐਚ ਲਿਖਿਆ, ਸਾਦਕ ਦੇ ਊਂਠ ਬਹੁਤਿਆਂ ਨੂੰ ਗੁਜ਼ਾ ਸਾਦਕ ਦੇ ਊਂਠ ਬਹੁਤਿਆਂ ਨੂੰ ਗੁਜ਼ਾ ਪਹੁੰਚਾਉਂਦੇ ਨੇ ਤੇ ਇਹ ਗੁਜ਼ਾ, ਇਹ ਦੌਲਤ, ਇਹ ਖੁਸ਼ਬੂ ਤੁਹਾਡੇ ਅੰਦਰ ਹੈ। ਦੂਸਰਾ ਕਰੰਥੀ 2 ਬਾਪ 14 ਐਤ ਨੂੰ ਪੜ੍ਹੋ ਤੇ ਲਿਖਿਆ, ਖੁਦਾ ਸਾਨੂੰ ਅਸੀਰਾਂ ਦੀ ਤਰ੍ਹਾਂ ਗਸ਼ਤ ਕਰਵਾਉਂਦਾ ਹੈ ਤਾਂ ਕਿ ਆਪਣੇ ਕਲਾਮ ਤੇ ਇਲਮ ਦੀ ਖੁਸ਼ਬੂ ਨੂੰ, ਆਪਣੇ ਕਲਾਮ ਤੇ ਇਲਮ ਦੀ ਖੁਸ਼ਬੂ ਨੂੰ ਉਹ ਸਾਡੇ ਵਸੀਲੇ ਦੂਸਰਿਆਂ ਤੱਕ ਪਹੁੰਚਾਵੇ। ਸਾਡੇ ਵਸੀਲੇ ਰਹਿਮ ਦੇ ਬਰਤਨਾਂ ਦੇ ਜ਼ਰੀਏ यिर्मयाह 23 बाप 28 ऐत ਨੂੰ पढ़ो तो लिखिया है, जिस नबी को ख्वाब है वो ख्वाब दसे ते जिहदे कोल मेरा कलाम है, ये दौलत साडे को है। इस दौलत के बारे दूसरा पतरस पहला बाप 19 ऐच लिखिया, तुहाडे कोल नबियां दी मार्फत लिखिया मोतबर कलाम। तुसीं चंगा करदे हो कि जिहड़ा इस ते गौर करदे हो, क्योंकि दौलत दिलां च चानण करदी, दिलां च चानण। दूसरी दौलत दिलां च गरूर, कमंड, तकब्बर भरदी है। ये दौलत दिलां च चानण करदी है ते वो खुदा नहीं चाहता कि ये दौलत सिर्फ उत्थे जिथे पई है पई रहे, बल्कि वो चाहता है कि रहम दे बर्तनां दे विच दौलत है ते रहम दे बर्तनां दे जरिए आशकारा करे, दूसरे बर्तनां दे विच भी पा दवे। ते मिट्टी दे बर्तन है,
ਤੇ ਆਓ ਅੱਜ ਵੇਲਾ ਹੈ ਇਸ ਆਵਾਜ਼ ਨੂੰ, ਚਾਹੇ ਫਕੀਰ ਦੌਲਤਮੰਦ ਬਣ ਗਿਆ ਹੈ, ਚਾਹੇ ਅਦਨਾ ਦੌਲਤਮੰਦ ਬਣ ਗਿਆ ਹੈ, ਇਸ ਦੌਲਤ ਨੂੰ ਵੰਡ ਲਵੇ। ਕਿਉਂਕਿ ਇੱਕ ਦਿਨ ਉਸ ਦੌਲਤਮੰਦ ਨੇ ਜਿਹੜਾ ਦਿੰਦਾ ਪਿਆ ਏ ਉਹਨੇ ਆਉਣਾ ਏ, ਮੇਰੇ ਕੋ ਤੁਹਾਡੇ ਕੋ ਇਸ ਦੌਲਤ ਦਾ ਹਿਸਾਬ ਲੈਣਾ ਹੈ। ਪਹਿਲਾ ਕਰੰਥੀਓ ਪਹਿਲਾ ਬਾਬ 4 ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ, ਮੈਂ ਖੁਦਾ ਦੀ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦੇ ਆ ਤੁਹਾਡੇ ਉੱਤੇ ਹੋ ਗਿਆ, ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ ਹੋ। ਕਲਾਮ ਤੇ ਇਲਮ ਦੀ ਦੌਲਤ 'ਚ ਦੌਲਤਮੰਦ ਬਣ ਗਏ ਹੋ। ਚਾਹੇ ਫਕੀਰ ਹੋ ਦੌਲਤਮੰਦ ਬਣ ਗਿਆ, ਚਾਹੇ ਗਰੀਬ ਹੋ ਦੌਲਤਮੰਦ ਬਣ ਗਿਆ ਹੈ, ਅਦਨਾ ਦੌਲਤਮੰਦ ਬਣ ਗਿਆ, ਅਮੀਰ ਦੌਲਤਮੰਦ ਬਣ ਗਿਆ ਹੈ। ਤੇ ਉਹ ਦੌਲਤ ਲਿਖਿਆ ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ। ਤੁਸੀਂ ਵੰਡਦੇ ਪਏ ਹੋ, ਵੰਡਦੇ ਪਏ ਹੋ, ਔਰ ਇਹੋ ਹੀ ਦੌਲਤ ਜਿਹੜੀ ਵੰਡਣ ਡਏ ਹੋ, ਇਹੋ ਜਿਹੜਾ ਕਲਾਮ ਚਲਾਉਂਦੇ ਹੋ, ਤੁਹਾਨੂੰ ਆਖਰ ਤੱਕ ਕਾਇਮ ਰੱਖੇਗਾ। ਤੇ ਉਸ ਦਿਨ ਜਿਸ ਦਿਨ ਉਹ ਆਵੇਗਾ ਮੇਰੇ ਕੋ ਤੇ ਤੇਰੇ ਕੋ ਹਿਸਾਬ ਲੈਣ ਲਈ, ਤੁਸੀਂ ਬੇਇਲਜ਼ਾਮ ਠਹਿਰੋਗੇ। ਤੁਸੀਂ ਕਹੋਗੇ ਕਿ ਖੁਦਾਵੰਦ ਜਿਹੜੀ ਦੌਲਤ ਸਾਨੂੰ ਤੂੰ ਦਿੱਤੀ ਸੀ, ਅਸੀਂ ਦੂਸਰੇ ਬਰਤਨਾਂ ਦੇ ਵਿੱਚ ਵੀ ਪਾ ਦਿੱਤੀ, ਕਿਉਂਕਿ ਅਸੀਂ ਮਿੱਟੀ ਦੇ ਬਰਤਨ ਹੈ। ਬਾਈਬਲ 'ਚ ਲਿਖਿਆ ਕੁਝ ਬਰਤਨ ਉਹਨੇ ਤਬਾਹ ਕਰਨ ਲਈ ਬਣਾਏ ਨੇ, ਤਬਾਹ ਕਰਨ ਲਈ, ਤੇ ਕੁਝ ਬਰਤਨ ਉਹਨੇ ਇੱਜ਼ਤ ਲਈ ਬਣਾਏ ਨੇ। ਪਰ ਇੱਜ਼ਤ ਵਾਲੇ ਬਰਤਨਾਂ ਦੇ ਜ਼ਰੀਏ ਦੇ ਨਾਲ ਦੂਸਰੇ ਬਰਤਨਾਂ ਨੂੰ ਵੀ ਇੱਜ਼ਤ ਮਿਲ ਸਕਦੀ ਹੈ, ਪਰ ਇਹ ਉਦੋਂ ਹੋਵੇਗੀ ਜਿਸ ਵੇਲੇ ਉਹ ਦੌਲਤ ਨੂੰ ਵੰਡਣਗੇ ਤੇ ਵੰਡ ਗਏ। ਖੁਦਾਵੰਦ ਤੇ ਇਸ ਦੌਲਤ ਦੇ ਅੰਬਾਰ ਲਾ ਦੇਗਾ। ਬਾਈਬਲ ਦੇ ਵਿੱਚ ਜ਼ਿਕਰ ਮਿਲਦਾ ਹੈ, ਜਿਸ ਵੇਲੇ ਜ਼ਮੀਨ ਉੱਤੇ ਪਾਣੀ ਪਾਣੀ ਹੋ ਗਿਆ ਸੀ ਨਾ, ਅਸਮਾਨ ਦੀਆਂ ਖਿੜਕੀਆਂ ਖੁੱਲੀਆਂ ਸੀ ਤੇ ਜ਼ਮੀਨ ਦੇ ਸੋਤੇ ਫੁੱਟੇ ਸੀ। ਜ਼ਮੀਨ ਚੋਂ ਪਾਣੀ ਰਿਸਣਾ ਸ਼ੁਰੂ ਹੋਇਆ ਸੀ, ਅਸਮਾਨ ਦੀਆਂ ਖਿੜਕੀਆਂ। ਪਰ ਦੂਸਰਾ ਕਰੰਥੀਓ 2 ਬਾਬ ਉਹਦੀ 12 'ਚ ਲਿਖਿਆ, ਮੈਂ ਜਦੋਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਉਸ ਕਲਾਮ ਨੂੰ, ਉਸ ਦੌਲਤ ਨੂੰ ਵੰਡਣ ਲਈ ਤਰਸ ਦੇ ਵਿੱਚ ਆਇਆ ਤੇ ਖੁਦਾਵੰਦ ਨੇ ਮੇਰੇ ਲਈ ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ, ਦਰਵਾਜ਼ਾ। ਤੇ ਫਿਰ ਮੇਰੀ ਰੂਹ ਨੂੰ ਆਰਾਮ ਨਹੀਂ ਮਿਲਿਆ ਕਿ ਮੈਂ ਆਰਾਮ ਕਰ ਸਕਾਂ, ਬਲਕਿ ਉਸ ਦੌਲਤ ਨੂੰ ਵੰਡਦਾ ਫਿਰਦਾ ਹੈ। ਤੇ ਮੈਂ ਆਪਣੇ ਭਾਈ ਤੀਤਸ ਨੂੰ ਉੱਥੇ ਨਹੀਂ ਪਾਇਆ, ਤੇ ਉੱਥੋਂ ਰੁਖਸਤ ਹੋ ਕੇ ਫਿਰ ਮੈਂ ਮਕਦਨੀਆ ਚਲਾ ਗਿਆ। ਤੇ ਲਿਖਿਆ ਏ, ਮਗਰ ਖੁਦਾਵੰਦ ਦਾ ਸ਼ੁਕਰ ਏ ਜਿਹੜਾ ਮਸੀਹ ਯਿਸੂ ਵਿੱਚ ਹਮੇਸ਼ਾ ਸਾਨੂੰ ਅਸੀਰਾਂ ਦੀ ਤਰ੍ਹਾਂ ਫਿਰ ਗਸ਼ਤ ਕਰਵਾਉਂਦਾ ਹੈ। ਅਸੀਰਾਂ ਦੀ ਤਰ੍ਹਾਂ ਗਸ਼ਤ ਕਰਵਾਉਂਦਾ ਹੈ। ਤੇ ਕਦ ਲਈ ਕਰਵਾਉਂਦਾ ਹੈ? ਤਾਂ ਕਿ ਆਪਣੀ ਇਲਮ ਦੀ ਖੁਸ਼ਬੂ ਸਾਡੇ ਵਸੀਲੇ ਹਰ ਜਗ੍ਹਾ ਫੈਲਾਵੇ। ਸੋ ਕਲਾਮ ਖੁਸ਼ਬੂ ਹੈ, ਕਲਾਮ ਦੌਲਤ ਹੈ। ਮਿੱਟੀ ਦੇ ਬਰਤਨਾਂ 'ਚ, ਉਹ ਮਿੱਟੀ ਦੇ ਬਰਤਨ ਅਸੀਂ ਸਾਡੇ ਵਿੱਚ ਰੱਖੀ ਹੋਈ ਹੈ। ਤੇ ਇਸ ਕਰਕੇ ਰੱਖੀਏ ਅਸੀਂ ਰਹਿਮ ਦੇ ਬਰਤਨ ਬਣੀਏ, ਤਾਂ ਕਿ ਸਾਡੇ ਵਿੱਚੋਂ ਦੌਲਤ ਕੱਢੇ, ਦੂਸਰਿਆਂ 'ਚ ਪਾਵੇ। ਤੇ ਇਸ ਨੂੰ ਕੱਢਣਾ ਸ਼ੁਰੂ ਕਰੀਏ, ਬੋਲਣਾ ਸ਼ੁਰੂ ਕਰੀਏ, ਅੰਜੀਲ ਸੁਣਾ ਲਈਏ। ਇੱਕ ਦਿਨ ਉਹਨੇ ਆਉਣਾ ਹੈ, ਉਹਦੇ ਸਾਹਮਣੇ ਖੜੇ ਹੋਣਾ ਹੈ। ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਬ
9 'ਚ ਲਿਖਿਆ, ਤੁਹਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ। ਆਪ ਬਚਣਾ, ਲੋਕਾਂ ਨੂੰ ਬਚਾਉਣਾ। ਉਹਦੀ ਆਵਾਜ਼ ਨੂੰ ਅਮੀਰਾਂ ਤੱਕ, ਗਰੀਬਾਂ ਤੱਕ, ਆਲਾ ਤੱਕ, ਅਦਨਾ ਤੱਕ, ਸਭ ਤੱਕ ਪਹੁੰਚਾਉਣਾ। ਤੇ ਇਸ ਗੱਲ ਤੋਂ ਨਹੀਂ ਡਰਨਾ। ਦੁਸ਼ਮਣੀਆਂ ਜ਼ਰੂਰ ਪੈਣਗੀਆਂ, ਕਿਉਂਕਿ ਗਲਤੀ ਉਹ 4 ਬਾਬ 16 'ਚ ਲਿਖਿਆ ਏ, ਸੱਚ ਬੋਲਣ ਦੇ ਸੋਭੋਂ ਮੈਂ ਤੁਹਾਡਾ ਦੁਸ਼ਮਣ ਬਣ ਗਿਆ। ਲੇਕਿਨ ਇਹਨਾਂ ਗੱਲਾਂ ਤੋਂ ਡਰਨਾ ਨਹੀਂ, ਦਲੇਰੀ ਦੀ ਰੂਹ ਫੜਨੀ ਹੈ ਤੇ ਖੁਦਾ ਦਾ ਕੰਮ ਕਰਨਾ ਹੈ ਤੇ ਚੰਗੇ ਰਹਿ ਜਾਾਂਗੇ। ਸੁਣਾ ਲਈਏ ਕਲਾਮ। ਖੁਦਾਵੰਦ ਤੇਰਾ ਖਾਦਮ ਹੁੰਦੇ ਆ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਜਿਹੜੀ ਦੌਲਤ ਤੂੰ ਮੈਨੂੰ ਦਿੱਤੀ, ਉਸ ਨੂੰ ਮੈਂ ਵੰਡਿਆ। ਤੂੰ ਬੰਦ ਸੇ ਇਹਨਾਂ ਨੂੰ ਖੋਲ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਜਿਆਂ ਨੂੰ ਸਮਝਾਉਣ, ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣ। ਤੇ ਜਿੱਦਣ ਤੂੰ ਆਵੇਂ, ਤੇਰੇ ਲੋਕ ਬੇਇਲਜ਼ਾਮ ਠਹਿਰਨ, ਤੇਰੇ ਲੋਕ ਕਲਾਮ ਤੇ ਇਲਮ ਦੀ ਦੌਲਤ ਨੂੰ ਵੰਡਣ। ਇਹ ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਕਲਾਮ ਨੂੰ ਵੀ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ ਖੁਦਾਵੰਦ ਦਾ ਬਰ ਵਕਤ ਕਲਾਮ, ਜਿਹੜਾ ਜ਼ਿੰਦਗੀ ਬਖਸ਼ ਕਲਾਮ, ਤੁਹਾਡੇ ਤੱਕ ਪਹੁੰਚਦਾ ਰਹੇ। ਖੁਦਾ ਤੈਨੂੰ ਬਰਕਤ ਦੇ।